ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਅਨੂ ਕੋੜਾ। ਸਿੰਘੂ ਬਾਰਡਰ ਦੇ ਉੱਤੇ ਇਸ ਵੇਲੇ ਮੌਜੂਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਪਾਸੇ ਖੜੇ ਹਾਂ ਤੇ ਇੱਥੇ ਅੱਜ ਮੋਦੀ ਸਾਹਿਬ ਦਾ ਪੁਤਲਾ ਫੂਕਿਆ ਗਿਆ। ਇਹਨੂੰ ਕਿਵੇਂ ਦੇਖਦੇ ਹੋ ਵੀ ਅੱਜ ਕਿਉਂ ਜ਼ਰੂਰਤ ਪਈ ਪੁਤਲਾ ਫੂਕਣ ਦੀ? ਕਿਉਂਕਿ ਕਾਫੀ ਲੰਬੇ ਸਮੇਂ ਤੋਂ ਸ਼ਾਂਤ ਵੀ ਬੈਠੇ ਸੀਗੇ, ਕੁਝ ਕਰ ਵੀ ਨਹੀਂ ਰਹੇ ਸੀਗੇ। ਉਸ ਤੋਂ ਬਾਅਦ ਕੋਈ ਕਾਲ ਜਿਹੜੀ ਹੈ ਵੱਡੀ ਸੰਸਦ ਦੀ ਦਿੱਤੀ ਸੀਗੀ, ਉਹ ਵੀ ਮੁੜ ਕੇ ਹਲੇ ਪੋਸਟਪੋਨ ਹੋ ਗਈ ਸੀਗੀ। ਪਰ ਅੱਜ ਇੱਕ ਵਾਰ ਫਿਰ ਤੋਂ ਮੋਦੀ ਸਾਹਿਬ ਦਾ ਫਿਰ ਪੁਤਲਾ ਫੂਕਿਆ ਦੇਖਿਆ ਗਿਆ, ਕਿਉਂਕਿ ਜੇ 3-4 ਮਹੀਨੇ ਪਹਿਲਾਂ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਸੀ, ਇੱਕ ਵਾਰ ਦੁਬਾਰਾ ਦੇਖਣ ਨੂੰ ਮਿਲੀ ਹੈ। ਕਿਵੇਂ ਸੋਚਿਆ? मैं किसान मजदूर संघर्ष कमेटी का सीनियर मीत प्रधान सुंदर सिंह चताला बोल रहा। अज मजदूर दिवस आ ते मजदूर दिवस के उत्ते जिहड़े किरत कानून मोदी सरकार ने बनाए आ, सोध की है किरत कानूनों के विच 8 घंटे की दिहाड़ी जिहड़ी मजदूरां नूं मिलदी उन्होंने 12 घंटे करता, किरतों नहीं मिलनी उन्होंने सारी दिहाड़ी। उहदे संबंध दे विच मई दिवस के उत्ते अज मोदी सरकार का पुतला फूकिया गया। ਤੇ ਅੱਜ ਦਾ ਦਿਹਾੜਾ ਉਹ ਆ ਦਿਹਾੜਾ ਜਦੋਂ ਸ਼ਿਕਾਗੋ ਦੇ ਵਿੱਚ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੇ ਵਿੱਚ ਅੱਜ ਦੇ ਦਿਨ ਸੈਂਕੜੇ ਮਜ਼ਦੂਰਾਂ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ। ਜਦੋਂ ਆਪਣੀ ਉਹ ਗੱਲ ਕਰਦੇ ਸੀ ਉੱਥੇ 12-14 ਘੰਟੇ ਕੰਮ ਲੈ ਕੇ ਤੇ ਕਿਰਤ ਜਿਹੜੀ ਆ ਬਹੁਤ ਘੱਟ ਦਿੱਤੀ ਜਾਂਦੀ ਸੀ। ਤੇ ਜਦੋਂ ਉਹਨਾਂ ਦੀ ਹੁੱਤੀ ਹੋਈ ਆ ਬਾਅਦ 'ਚ ਉਹਨਾਂ ਨੂੰ ਫਾਂਸੀ ਵੀ ਲੱਗੀ, ਉਹਨਾਂ 'ਤੇ ਕੇਸ ਪਿਆ। ਤੇ ਬਾਅਦ ਦੇ ਵਿੱਚ ਉੱਥੇ 8 ਘੰਟੇ ਜਿਹੜੀ ਕਿਰਤ ਆ ਉਹ ਸ਼ੁਰੂ ਹੋਈ, ਲਾਗਤ ਹੋਈ ਜਿਹੜੀ ਅਜੇ ਤੱਕ ਚੱਲਦੀ ਆ। ਜੇ ਵਾਧੂ ਕੰਮ ਕੇ ਕਰਨਾ ਫਿਰ ਹੋਰ ਟਾਈਮ ਉਹਨੂੰ ਦਿੱਤਾ ਜਾਂਦਾ। ਤੇ ਹਿੰਦੁਸਤਾਨ ਦਾ ਵੀ 8 ਘੰਟੇ ਕੰਮ ਚੱਲਦਾ ਸੀ, ਪਰ ਮੋਦੀ ਸਰਕਾਰ ਨੇ ਇਹਨੂੰ ਫੇਰ ਕਿਰਤ ਕਾਨੂੰਨਾਂ ਦੀ ਸੋਧ ਕਰਕੇ 12 ਘੰਟੇ ਕਰਤਾ। ਇਹ ਮਜ਼ਦੂਰ ਦੇ ਵਿੱਚ ਨਾਲ ਲੈ ਕੇ ਅੱਜ ਮੋਦੀ ਸਰਕਾਰ ਦਾ ਹੀ ਪੁਤਲਾ ਫੂਕਿਆ ਵੀ ਇਹ ਮਜ਼ਦੂਰਾਂ ਦੇ ਹੱਕ 'ਚ ਨਹੀਂ ਗਾ, ਇਹ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਆ। ਲਗਾਤਾਰ ਜਨਤਕ ਦਾਰੇ ਵੇਚੇ ਜਾ ਰਿਹਾ, ਅੰਦੋਲਨ ਕਰ ਰਹੇ ਕਿਸਾਨ ਲਗਾਤਾਰ ਬਾਰਡਰਾਂ 'ਤੇ ਬੈਠੇ ਆ, ਉਹਨਾਂ ਵੱਲੇ ਕੋਈ ਧਿਆਨ ਨਹੀਂ। ਇਹਦਾ ਹੀ ਸਿੱਟਾ ਵਾ ਅੱਜ ਕਰੋਨਾ ਦੀ ਦੂਜੀ ਲਹਿਰ ਦੇ ਉੱਤੇ ਕਿ ਜਿਹੜਾ ਕੰਟਰੋਲ ਮੋਦੀ ਸਰਕਾਰ ਨੇ ਕਰ ਸਕੀ, ਜਿਹੜੀਆਂ ਆਰਥਿਕ ਨੀਤੀਆਂ ਲੈ ਕੇ ਆਇਆ ਕਾਰਪੋਰੇਟ ਘਰਾਣਿਆਂ ਨੂੰ ਸਾਰਾ ਕੁਝ ਵੇਚੀ ਜਾ ਰਿਹਾ, ਉਹਦਾ ਹੀ ਸਿੱਟਾ। ਜਨਤਕ ਖੇਤਰ ਦੇ ਵਿੱਚ ਆਕਸੀਜਨ ਦੇ ਆਪਣੇ ਯੂਨਿਟ ਲੱਗੇ ਹੁੰਦੇ ਤੇ ਅੱਜ ਕਰੋਨਾ ਦੇ ਦਿਨਾਂ ਦੇ ਵਿੱਚ ਐਡੇ ਵੱਡੇ ਪੱਧਰ 'ਤੇ ਲੋਕ ਮੌਤ ਦੇ ਮੂੰਹ ਵਿੱਚ ਨਾ ਜਾਂਦੇ। ਹੁਣ ਤੁਸੀਂ ਵੇਖੋ ਵੀ ਜਿਸ ਤਰ੍ਹਾਂ ਹਸਪਤਾਲ ਆ ਉਹ ਪ੍ਰਾਈਵੇਟ ਕਰਤੇ ਆ ਬਹੁਤ ਵੱਡੇ ਪੱਧਰ 'ਤੇ ਸਿਹਤ ਵਿਭਾਗ ਦੇ ਵਿੱਚ, ਤੇ ਉਹ ਅੱਜ ਦੇ ਦੁੱਖ ਦੀ ਘੜੀ ਦੇ ਵਿੱਚ ਜਿਹੜੇ ਹਸਪਤਾਲ ਆ ਉਹ ਜਿੰਦਰੇ ਲਾ ਕੇ ਚਲੇ ਗਏ। ਉਹਨਾਂ ਨੇ ਆਕਸੀਜਨ ਘੁੱਟ ਲਈ ਆਪਣੇ ਅੰਦਰ, ਤੇ ਬਹੁਤ ਵੱਡਾ ਅੱਜ ਕਰੋਨਾ ਦੇ ਦੌਰ ਦੇ ਵਿੱਚ ਜਿਹੜੀ ਆ ਇੱਥੇ ਕੈਜੂਅਲਟੀ ਹੋ ਰਹੀ ਆ। ਇਹ ਜਿਹੜੀਆਂ ਨੀਤੀਆਂ ਮੋਦੀ ਸਰਕਾਰ ਲੈ ਕੇ ਆਈ ਆ ਆਰਥਿਕ ਸੁਧਾਰਾਂ ਦੇ ਨਾਂ ਦੇ ਉੱਤੇ ਵੱਖ-ਵੱਖ ਸੋਧਾਂ ਕੀਤੀਆਂ, ਜਾਂ ਐਂ ਕਹਿ ਲਈਏ ਵੀ ਖੇਤੀ ਕਾਨੂੰਨ ਲੈ ਕੇ ਆਈ ਆ, ਇਹ ਵੀ ਕਾਰਪੋਰੇਟ ਘਰਾਣੇ ਦੇ ਹੱਕ ਆ, ਜਿਹਦੇ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੜਾਈ ਜਿਹੜੀ ਵੱਡੀ ਉਹ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਇਹ ਲੜਾਈ ਵੱਡੀ ਆ, ਤਗੜੀ ਆ। ਅਸੀਂ ਉਹਨਾਂ ਚਿਰ ਥੋੜ੍ਹੀ ਚਾਹਾਂਗੇ ਜਿੰਨਾ ਚਿਰ ਸਾਰਾ ਕੁਝ ਰੱਦ ਨਹੀਂ ਕਰ ਦਿੰਦੀ ਸਰਕਾਰ ਦਾ ਇਸ ਵੇਲੇ ਧਿਆਨ ਕਿਸਾਨੀ ਅੰਦੋਲਨ ਵੱਲ ਨਹੀਂ ਹੈਗਾ। ਇਹ ਚੀਜ਼ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ, ਕਿਉਂਕਿ ਸਰਕਾਰ ਦਾ ਧਿਆਨ ਇਸ ਵੇਲੇ ਹੈਗਾ ਆ ਤਾਂ ਇੱਕ ਪਾਸੇ ਇਲੈਕਸ਼ਨ ਦੇ ਵੱਲ ਹੈ, ਕਿਉਂਕਿ ਕੱਲ੍ਹ ਰਿਜ਼ਲਟ ਆਉਣੇ ਨੇ, ਤੇ ਦੂਸਰੇ ਪਾਸੇ ਕਰੋਨਾ ਦਾ ਕਹਿਰ ਜਿਹੜਾ ਇਸ ਵੇਲੇ ਚੱਲ ਰਿਹਾ। ਇੰਨੀ 4-4 ਲੱਖ ਜਿਹੜੇ ਕੇਸ ਨੇ ਇੱਕ ਦਿਨ ਦੇ ਵਿੱਚ ਆ ਰਹੇ ਨੇ, 24 ਘੰਟਿਆਂ ਦੇ ਵਿੱਚ ਆ ਰਹੇ ਨੇ। ਉਸ ਤੋਂ ਬਾਅਦ ਆਕਸੀਜਨ ਦੀ ਇੰਨੇ ਵੱਡੇ ਪੱਧਰ 'ਤੇ ਕਮੀ ਹੋ ਰੱਖੀ ਹੈ, ਤਾਂ ਕਿਸਾਨੀ ਅੰਦੋਲਨ ਵੱਲ ਧਿਆਨ ਇਸ ਵੇਲੇ ਘਟਿਆ ਹੋਇਆ ਸਰਕਾਰ ਦਾ। ਕਿਵੇਂ ਧਿਆਨ ਦੁਬਾਰਾ ਕੇਂਦਰਿਤ ਕਰੋਗੇ ਸਰਕਾਰ ਦਾ, ਵੀ ਸਰਕਾਰ ਦੁਬਾਰਾ ਇੱਧਰ ਕਰੇ ਤੇ ਗੱਲਬਾਤ ਕਰਨ ਲਈ ਫਿਰ ਦੁਬਾਰਾ ਸੱਦਾ ਭੇਜੇ? ਇਹ ਬਿਲਕੁਲ ਵੇਖੋ ਜੀ, ਮੋਦੀ ਸਰਕਾਰ ਤੇ ਨਾਕਾਮ ਰਹੀ ਆ। ਜਦੋਂ ਕਰੋਨਾ ਦੀ ਲਹਿਰ ਆ ਬਿਲਕੁਲ ਸਿਖਰਾਂ ਦੇ ਉੱਤੇ ਚੱਲ ਰਹੀ, ਉਦੋਂ ਜਿਹੜੀ ਸਾਰੀ ਦੀ ਸਾਰੀ ਕੈਬਨਿਟ ਆ ਚੋਣਾਂ ਦੇ ਵਿੱਚ ਰੁੱਝੀ ਪਈ ਸੀ, ਤੇ 10-10 ਲੱਖ ਦੀਆਂ ਰੈਲੀਆਂ ਬੰਗਾਲ ਦੇ ਵਿੱਚ ਮੋਦੀ ਸਰਕਾਰ ਜਿਹੜੀ ਕਰ ਰਹੀ ਆ। ਤੇ ਸਾਡਾ ਇਹ ਵੀ ਇਹਨਾਂ ਦਿਨਾਂ ਦੇ ਵਿੱਚ ਜੋ ਕੁਝ ਵੀ ਆ ਇਹਨਾਂ ਦਿਨਾਂ ਦੇ ਵਿੱਚ ਜੇ ਕੁਝ ਸਾਰਾ ਕੁਝ ਚੱਲਦਾ, ਤੇ ਕਿਉਂਕਿ ਅਜੇ ਤੱਕ ਕਿਸਾਨ ਜਿਹੜੇ ਖੇਤੀਬਾੜੀ ਤੋਂ ਥੋੜ੍ਹਾ ਵਿਹਲੇ ਹੀ ਹੋਏ ਆ, ਤੇ ਵਿਹਲੇ ਹੋ ਕੇ ਇਸ ਪਾਸੇ ਹੀ ਲਗਾਤਾਰ ਹੁਣ ਧਿਆਨ ਦੇ ਰਹੇ ਹਾਂ। ਆਉਣ ਵਾਲੇ ਦਿਨਾਂ 'ਚ ਭੀੜਾਂ ਇਕੱਠੀਆਂ ਹੋਣ ਲੱਗ ਪਈਆਂ, ਸ਼ੁਰੂ ਹੋ ਗਈਆਂ, ਤੇ ਜਿਹੜੇ ਵੱਡੇ ਐਕਸ਼ਨ ਜਿਹੜੇ ਦਿੱਤੇ ਜਾਣਗੇ ਤੇ ਮੋਦੀ ਸਰਕਾਰ ਦਾ ਧਿਆਨ ਖਿੱਚਿਆ ਜਾਊਗਾ, ਕਿਉਂਕਿ ਲੋਕਾਂ ਫੈਸਲੇ ਕਰ ਲਏ ਵੀ ਅਸੀਂ ਇੱਥੋਂ ਹਿੱਲਣਾ ਨਹੀਂ ਜਿੰਨਾ ਚਿਰ ਖੇਤੀ ਕਾਨੂੰਨ ਪੂਰਨ ਤੌਰ 'ਤੇ ਇੱਥੇ ਰੱਦ ਨਹੀਂ ਹੋ ਜਾਂਦੇ। ਇਸ ਵੇਲੇ ਜੇ ਗੱਲ ਕਰੀਏ ਸਰਕਾਰ ਦੀ, ਤਾਂ ਸਰਕਾਰ ਨਵੇਂ ਤੋਂ ਨਵੇਂ ਕਾਨੂੰਨ ਲੈ ਕੇ ਆ ਰਹੀ ਹੈ। ਇੱਕ ਪਾਸੇ ਕਹਿੰਦੇ ਵੀ ਚੁੱਪ-ਚੁਪੀਤੇ ਸਰਕਾਰ ਨੇ ਜਿਹੜਾ ਪਰਾਲੀ ਵਾਲਾ ਬਿੱਲ ਲਿਆਉਂਦਾ ਸੀਗਾ ਉਹਨੂੰ ਵਾਪਸ ਲੈ ਲਿਆ, ਪਰ ਦੂਸਰੇ ਪਾਸੇ ਬਿਜਲੀ ਵਾਲਾ ਬਿੱਲ ਵੀ ਉਵੇਂ ਖੜਾ, MSP ਦੀ ਮੰਗ ਵੀ ਉਵੇਂ ਖੜੀ ਹੈ। ਲੱਗਦਾ ਵੀ ਸਰਕਾਰ ਹੌਲੀ-ਹੌਲੀ ਚੁੱਪ-ਚੁਪੀਤੇ ਜਿਵੇਂ ਪਰਾਲੀ ਵਾਲਾ ਕਾਨੂੰਨ ਵਾਪਸ ਲੈ ਲਿਆ, ਬਿੱਲ ਵਾਪਸ ਲੈ ਲਿਆ, ਉਹ ਉਵੇਂ ਸਰਕਾਰ ਚਾਹੁੰਦੀ ਹੈ ਵੀ ਅਸੀਂ ਇੱਕ-ਇੱਕ ਕਰਕੇ ਵਾਪਸ ਲੈ ਲਈਏ ਤੇ ਦੂਜੇ ਪਾਸਿਓਂ ਦੀ ਕਾਨੂੰਨ ਲਾਗੂ ਕਰੀ ਜਾਈਏ। ਹਾਂ ਬਿਲਕੁਲ, ਨੀਤੀ ਇਹੋ ਹੀ ਆ, ਪਾਲਿਸੀ ਇਹੋ ਇਹਨਾਂ ਦੀ ਵੀ ਦੂਸਰੇ ਪਾਸੇ ਇਹਨੂੰ ਲਾਗੂ ਵੀ ਕਰੀ ਜਾਓ ਤੇ ਇੱਕ ਅੱਧਾ ਜਿਹੜਾ ਪਿੱਛੇ ਵੀ ਲਈ ਜਾਓ। ਉਹਦੇ ਵਿੱਚ ਕਿਸਾਨ ਇਹਨੂੰ ਚੰਗੀ ਤਰ੍ਹਾਂ ਸਮਝਦੇ ਆ, ਕਿਉਂਕਿ ਜਿਹੜਾ ਅਰਥਚਾਰਾ ਵਾ ਜਦੋਂ GDP ਕਰੋਨਾ ਦੀ ਪਹਿਲੀ ਲਹਿਰ ਦੂਜੀ ਲਹਿਰ ਦੇ ਵਿੱਚ ਫੈਕਟਰੀਆਂ ਬੰਦ ਹੋ ਰਹੀਆਂ, ਮਜ਼ਦੂਰ ਆਪਣੇ ਘਰਾਂ ਨੂੰ ਜਾ ਰਹੇ ਆ, ਜਿਹੜੀ ਘਰੇਲੂ ਗਰੋਥ ਆ ਥੱਲੇ ਡਿੱਗ ਰਹੀ ਹੈ ਤੇ ਖੇਤੀ ਬਚਾ ਰਹੀ ਆ। ਅੱਜ ਵੀ ਤੁਸੀਂ ਵੇਖੋ ਵੱਖ-ਵੱਖ ਸਟੇਟਾਂ ਦੇ ਵਿੱਚ, ਜਿਵੇਂ ਪੰਜਾਬ ਵਰਗੀ ਸਟੇਟ ਆ, ਉੱਥੇ 35,000 ਕਰੋੜ ਰੁਪਈਏ ਦੀ ਲਿਮਟ ਘੁੰਮਣੀ ਆ ਤੇ ਫਿਰ ਬਾਜ਼ਾਰ ਨੇ ਮਾੜਾ ਮੋੜ ਚੱਲਣਾ। ਮਤਲਬ ਖੇਤੀ ਜਿਹੜਾ ਬਾਜ਼ਾਰ ਹੈ, ਜਦੋਂ ਇਹ ਸਾਰਾ ਕੁਝ ਮਹਾਂਮਾਰੀ ਫੈਲ ਰਹੀ ਆ, ਜਦੋਂ GDP ਥੱਲੇ ਗਈ ਆ
ਤੇ ਖੇਤੀ ਨੂੰ ਇਸ ਰੂਪ 'ਚ ਤਬਾਹ ਨਹੀਂ ਕਰਨਾ ਚਾਹੀਦਾ ਮੋਦੀ ਸਰਕਾਰ ਨੂੰ। ਪਰ ਜੇ ਪਿੱਛੇ ਨਹੀਂ ਹਟਦੇ, ਇਹਦੇ ਸਿੱਟੇ ਜਿਹੜੇ ਆ ਇਹ ਕੇਂਦਰ ਸਰਕਾਰ ਨੂੰ ਭੁਗਤਣੇ ਪੈਣਗੇ। ਬੇਸ਼ੱਕ ਉਹ ਆਪਣੀਆਂ ਨੀਤੀਆਂ ਤੋਂ ਪਿੱਛੇ ਨਹੀਂ ਜਾ ਰਹੀ, ਲਾਗੂ ਕਰ ਰਹੀ ਆ, ਪਰ ਇਹਦੇ ਸਿੱਟੇ ਮਾੜੇ ਨਿਕਲਣਗੇ ਤੇ ਆਉਣ ਵਾਲੇ ਸਮੇਂ 'ਚ ਉਹ ਸਿੱਟੇ ਜਿਹੜੇ ਆ ਇਹਨੂੰ ਕੇਂਦਰ ਸਰਕਾਰ ਨੂੰ ਭੁਗਤਣੇ ਪੈਣਗੇ। ਬਿਲਕੁਲ, ਪਿੱਛੇ ਜੇ ਅਨਿਲ ਵਿਜ ਹੋਰਾਂ ਨੇ ਵੀ ਕਿਹਾ ਸੀਗਾ ਵੀ ਇੱਥੇ ਆ ਕੇ ਉਹ ਕਰੋਨਾ ਦੇ ਟੈਸਟ ਕਰਨਗੇ, ਉਸ ਤੋਂ ਬਾਅਦ ਟੀਕਾਕਰਨ ਵੀ ਕਰਨਗੇ, ਉਹ ਜਿਹਦੇ ਵਾਸਤੇ ਕੀ ਮਨਾ ਕਰ ਦਿੱਤਾ ਗਿਆ ਸੀ ਵੀ ਇੱਥੇ ਨਹੀਂ ਆਉਣ ਦਿੱਤਾ ਜਾਏਗਾ। ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਕਿ ਸਰਕਾਰ ਨਵੀਂ ਪਾਲਿਸੀ ਲਿਆਉਣਾ ਚਾਹੁੰਦੀ ਹੈ? ਜਿਵੇਂ ਮਿਸ਼ਨ ਕਲੀਨ ਦੀ ਪਹਿਲਾਂ ਗੱਲ ਹੋ ਗਈ ਸੀਗੀ ਵੀ ਮਿਸ਼ਨ ਕਲੀਨ ਲਿਆ ਕੇ ਸਰਕਾਰ ਇੱਥੋਂ ਦੇ ਸਾਰਿਆਂ ਨੂੰ ਉਠਾਉਣਾ ਚਾਹੁੰਦੀ ਹੈ, ਤੇ ਦੂਸਰੇ ਪਾਸੇ ਹੁਣ ਇਹ ਕਰੋਨਾ ਦਾ ਜਿਹੜਾ ਜ਼ੋਰ ਹੈ ਉਹਨੂੰ ਦੇਖਦੇ ਹੋਏ ਕਿਸਾਨਾਂ ਨੂੰ ਉਠਾਉਣਾ ਚਾਹੁੰਦੀ ਹੈ ਸਰਕਾਰ। ਬਿਲਕੁਲ, ਇਹ ਵੇਖੋ ਜੀ, ਮਤਲਬ ਡਹਿ ਆ ਇਹਦਾ ਬਹਾਨਾਬਾਜ਼ੀ ਬਣਾਉਣ ਦਾ। ਜਿਸ ਤਰ੍ਹਾਂ ਆਕਸੀਜਨ ਦੀ ਗੱਲ ਕੀਤੀ ਵੀ ਆਕਸੀਜਨ ਕਿਸਾਨਾਂ ਨੇ ਰੋਕੀ ਆ, ਉਹਦੀਆਂ ਵੀ ਜਦੋਂ ਵੀਡੀਓ ਇੱਧਰੋਂ ਗਈਆਂ ਤਾਂ ਅਸੀਂ ਕੋਈ ਨਹੀਂ ਰੋਕੀ। ਇਹਨਾਂ ਨੇ ਬੈਰੀਗੇਟ ਲਾਇਆ, ਦਿੱਲੀ ਸਰਕਾਰ ਨੇ ਲਾਇਆ, ਹਰਿਆਣਾ ਸਰਕਾਰ ਨੇ ਲਾਇਆ। ਉਹ ਬੈਰੀਗੇਟ ਖੋਲ੍ਹ ਲਓ, ਅਸੀਂ ਜਿਹੜਾ ਵਾ ਸਰਵਿਸ ਰੋਡ ਜਿਹੜੀ ਖੁੱਲੀ ਕਰ ਦਾਂਗੇ। ਪਰ ਦਿੱਲੀ ਨੂੰ ਹੋਰ ਵੀ ਜਾਣੇ ਵੀ ਕਈ ਰਸਤੇ ਆ। ਅਸਲ ਦੇ ਵਿੱਚ ਆਕਸੀਜਨ ਇਹਨਾਂ ਦੇ ਕੋਲ ਹੈ ਹੀ ਨਹੀਂ। 80 ਟਨ ਆਕਸੀਜਨ ਜਿਹੜੀ ਆ ਇਹਨਾਂ ਨੇ ਪਿਛਲੇ ਦਿਨੀ ਜਿਹੜੀ ਅਰਬਾਂ ਤੋਂ ਮੰਗਾਈ ਆ। ਧਰਮਾਂ ਦੇ ਨਾਂ ਤੇ, ਜਾਤਾਂ ਦੇ ਨਾਂ ਤੇ ਵੰਡੀਆਂ ਇਹ ਪਾਉਣ ਵਾਲੀ ਸਰਕਾਰ ਨੂੰ ਲੋੜ ਪੈ ਗਈ ਮੁੜ ਕੇ ਅਰਬਾਂ ਤੋਂ ਆਕਸੀਜਨ ਮੰਗਾਉਣ ਦੀ। ਚੰਗੀ ਗੱਲ ਆ ਵੀ ਲੋਕਾਂ ਦੀਆਂ ਜਿੱਦਰੀਆਂ ਬਣ ਜਾਨਾਂ ਬਚਣਗੀਆਂ। ਤੇ ਜਿਹੜਾ ਆਪਰੇਸ਼ਨ ਆਪਣੀ ਕਲੀਨ ਦੀ ਇਹ ਗੱਲ ਕਰਦੇ ਆ, ਇਹ ਏਡਾ ਸੌਖਾ ਨਹੀਂ ਹੈਗਾ, ਕਿਉਂਕਿ ਉਹਦੇ ਬਰਾਬਰ ਤੇ ਕਿਸਾਨਾਂ ਨੇ ਆਪਰੇਸ਼ਨ ਲਲਕਾਰ ਕਿਹਾ ਵੀ ਲਲਕਾਰ ਆ। ਕਿਉਂਕਿ ਜੇ ਤੁਸੀਂ ਇਹੋ ਜਿਹਾ ਬਹਾਨਾ ਬਣਾਓਗੇ ਤੇ ਹਿੰਦੁਸਤਾਨ ਦੇ ਲੋਕ, ਹਿੰਦੁਸਤਾਨ ਦੇ ਸ਼ਹਿਰੀ ਚੰਗੀ ਤਰ੍ਹਾਂ ਸਮਝਦੇ ਆ ਵੀ ਸਰਕਾਰ ਨਾਕਾਮ ਹੈ ਪ੍ਰਬੰਧ ਕਰਨ ਤੋਂ। ਪੀਪੀ ਕਿੱਟਾਂ ਨਹੀਂ, ਹਸਪਤਾਲਾਂ ਦੇ ਵਿੱਚ ਬੈੱਡ ਹੈ ਨਹੀਂ। ਅੱਜ ਸੁਪਰੀਮ ਕੋਰਟ ਨੇ ਇਹਨਾਂ ਨੂੰ ਝਾੜ ਪਾਈ ਆ ਵੀ ਹਸਪਤਾਲਾਂ ਦੇ ਵਿੱਚ ਜਿਹੜੀਆਂ ਨਰਸਾਂ ਤੇ ਡਾਕਟਰ ਆ ਉਹਨਾਂ ਦੇ ਸੌਣ ਵਾਸਤੇ, ਉਹਨਾਂ ਦੇ ਰਹਿਣ ਸਹਿਣ ਵਾਸਤੇ ਬੈੱਡ ਨਹੀਂ ਹੈਗਾ। ਕੱਲ੍ਹ ਹਰਸ਼ਵਰਧਨ ਨੇ ਸਿਹਤ ਮੰਤਰੀ ਨੇ ਆਖਿਆ ਵੀ ਹੁਣ ਘਰਾਂ 'ਚ ਹੀ ਕੁਆਰੰਟਾਈਨ ਕਰੋ, ਘਰਾਂ 'ਚ ਹੀ ਟੀਕਾ ਲਵਾਓ। ਇਹਦਾ ਮਤਲਬ ਵੀ ਸਰਕਾਰ, ਇਹਨੂੰ ਐਂ ਸਮਝ ਲਓ ਵੀ ਸਰਕਾਰ ਦੂਸਰੇ ਪਾਸੇ ਲੱਗੀ ਰਹੀ ਆ। ਜਿਹੜੇ ਪ੍ਰਬੰਧ ਕਰਨੇ, UN ਨੇ ਵੀ ਕਿਹਾ ਸੀ ਵੀ ਜਦੋਂ ਦੂਸਰੀ ਲਹਿਰ ਆ ਰਹੀ ਆ ਸਾਨੂੰ ਦੱਸੋ, ਅਸੀਂ ਪ੍ਰਬੰਧ ਕਰੀਏ। ਫਰਹਾਨ ਹੱਕ ਦਾ ਬਿਆਨ ਹੀ ਆਂਦੇ ਨਹੀਂ ਸਾਡੇ ਪ੍ਰਬੰਧ ਪੂਰਾ ਵਾ, ਕਿਉਂਕਿ ਸਰਕਾਰ ਤੇ ਚੋਣਾਂ 'ਚ ਲੱਗੀ ਰਹੀ ਉਸ ਸਮੇਂ। ਤੇ ਇਹ ਬਿਲਕੁਲ ਨਾਕਾਮੀ ਇਹਨਾਂ ਦੀ ਯਾਰ ਹੁੰਦੀ ਆ। ਜਿਹੜੇ ਇਸ ਰੂਪ 'ਚ ਕਰ ਰਿਹਾ ਵੀ ਇੱਥੇ ਆਪਰੇਸ਼ਨ ਕਲੀਨ ਕਰਨਾ ਬੜਾ ਔਖਾ ਵਾ ਸਰਕਾਰ ਨੂੰ। ਇਹ ਜਿਹੜਾ ਆਪਰੇਸ਼ਨ ਕਲੀਨ ਕਰਨਾ, ਇਹ ਕਿਉਂਕਿ ਇਹਦੇ ਵਿੱਚ ਫੌਜ ਦੇ ਵਿੱਚ ਵੀ ਬਗਾਵਤ ਹੋ ਸਕਦੀ ਆ, ਵੱਖ-ਵੱਖ ਸਟੇਟਾਂ ਦੇ ਵਿੱਚ ਵੀ ਬਗਾਵਤ ਹੋਈ ਜੇ ਸਰਕਾਰ ਇਸ ਪਾਸੇ ਨੂੰ ਤੁਰਦੀ ਆ। ਤੇ ਅਸੀਂ ਕਹਿੰਦੇ ਆ ਵੀ ਇਸ ਪਾਸੇ ਨਾਲ ਤੁਰੋ, ਤੁਸੀਂ ਆ ਫਰਿਆਦੀ, ਤੁਹਾਂ ਕਰਨੇ ਆ ਰਾਜ, ਤੇ ਰਾਜ ਕਰਨ ਵਾਲੀਆਂ ਧਿਰਾਂ ਨੂੰ ਵਿਚਾਰਾਂ ਕਰਨੀਆਂ ਚਾਹੀਦੀਆਂ। ਅਸੀਂ ਤੇ RSS ਨੂੰ ਕਹਿਣਾ ਚਾਹੁੰਦੇ ਆ ਵੀ ਜੇ ਇਹਨਾਂ ਦਾ ਇਹ ਦਿਮਾਗ ਖਰਾਬ ਆ ਕੇਂਦਰ ਸਰਕਾਰ ਦਾ, ਤੇ ਤੁਹਾਨੂੰ ਠੀਕ ਕਰਨਾ ਚਾਹੀਦਾ। ਤੁਸੀਂ ਇਹਨਾਂ ਦੇ ਸੁਜੈਸ਼ਨ ਕਰ ਜੇ ਰਾਜ ਕਰਨੇ ਹੋਣ ਤਾਂ ਲੋਕਾਂ ਨਾਲ ਵਿਗਾੜ ਕੇ ਨਹੀਂ ਹੁੰਦੇ। ਰਾਜ ਲੋਕਾਂ ਦੇ ਹੱਕਾਂ ਦੀ ਪੂਰਤੀ, ਉਹਨਾਂ ਦੀਆਂ ਮੰਗਾਂ ਦੀ ਪੂਰਤੀ ਕਰਕੇ ਹੁੰਦੇ ਆ। ਬਿਲਕੁਲ ਜੀ, ਇਹ ਬਹੁਤ ਵੱਡੀ ਗੱਲ ਤੇ ਵਧੀਆ ਗੱਲ ਹੈ ਕਿ ਜੇ ਰਾਜ ਕਰਨਾ ਹੋਵੇ ਤਾਂ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਜਾਣਾ ਚਾਹੀਦਾ ਹੈ, ਕਿਉਂਕਿ ਵੱਡੀਆਂ ਗੱਲਾਂ ਜ਼ਰੂਰ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਨੇ ਵੀ ਸਬਕਾ ਵਿਕਾਸ ਸਾਥ ਲੈ ਕੇ ਮਤਲਬ ਅਸੀਂ ਕਰਾਂਗੇ ਤੇ ਦੇਸ਼ ਦਾ ਵਿਕਾਸ ਕਹਿੰਦੇ ਅਸੀਂ ਬੜੇ ਵੱਡੇ ਪੱਧਰ ਤੇ ਕਰ ਰਹੇ ਹਾਂ। ਲੋਕ ਜਿਹੜੇ ਨੇ ਪ੍ਰਧਾਨ ਮੰਤਰੀ ਨੂੰ ਨੰਬਰ 1 ਮੰਨ ਰਹੇ ਨੇ ਵੀ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਧਾਨ ਮੰਤਰੀ ਨੇ ਇਹ ਜਿਹੜੀਆਂ ਆંકੜੇ ਲੈ ਕੇ ਆਉਂਦੇ ਨੇ, ਇਹ ਸਾਰੀਆਂ ਚੀਜ਼ਾਂ ਦਿਖਾਉਂਦੇ ਨੇ ਜਦੋਂ ਵਿਕਾਸ, ਦੇਸ਼ ਦੇ ਵਿੱਚ ਵਿਕਾਸ ਹੁਣ ਨਜ਼ਰ ਆਉਂਦਾ ਜਦੋਂ ਕਰੋਨਾ ਦੇ ਟਾਈਮ ਦੇ ਵਿੱਚ ਮਹਾਮਾਰੀ ਫੈਲਦੀ। ਇਹ ਵੇਖੋ ਜੀ, ਅੰਕੜਿਆਂ ਦੇ ਵਿੱਚ ਤੇ ਜੋ ਮਰਜ਼ੀ ਵਿਖਾਈਏ ਜੀ, ਜਿਹੜੇ ਇਹਨਾਂ ਦੇ TV ਆ ਜਾਂ ਇਹਨਾਂ ਦੇ ਭਗਤ ਆ ਜਾਂ ਇਹਨਾਂ ਦੀਆਂ ਅਖਬਾਰਾਂ ਪ੍ਰਿੰਟ ਆ, ਉਹਦੇ ਵਿੱਚ ਜੋ ਮਰਜ਼ੀ ਵਿਖਾਈ ਜਾਣ, ਐ ਪੂਰੀ ਤਰ੍ਹਾਂ ਚੋਣਾ। ਹਾਂ, ਉਹ ਹੈ ਸੀ ਮੋਦੀ ਲਹਿਰ, ਮੋਦੀ ਹੁੰਦੀ, ਪਰ ਮੋਦੀ ਰਿਜ਼ਾਈਨ ਦੀ ਲਹਿਰ ਵੀ ਆ ਰਹੀ ਆ। ਜਦੋਂ ਇਹਨਾਂ ਨੂੰ ਆਪਣਾ ਸੋਸ਼ਲ ਮੀਡੀਆ ਬੰਦ ਕਰਨਾ ਪਿਆ ਵੀ ਠੀਕ ਆ, ਜਦੋਂ ਲੋਕਾਂ ਨੇ ਫੇਰ ਕਿਹਾ ਤੇ ਉਹ ਕਹਿ ਰਿਹਾ ਵੀ ਨਹੀਂ ਜੀ ਇਹ ਤੇ ਕੋਈ ਆਮ ਗਲਤੀ ਹੋ ਗਈ। ਇਹਦਾ ਮਤਲਬ ਮੋਦੀ ਰਿਜ਼ਾਈਨ ਦੀ ਲਹਿਰ ਵੀ ਇਸ ਵੇਲੇ ਜਿਹੜੀ ਲਹਿਰ ਆ ਮੋਦੀ ਰਿਜ਼ਾਈਨ ਦੀ ਲਹਿਰ ਆ। ਇਸ ਕਰਕੇ ਬਿਲਕੁਲ ਨਾਕਾਮ ਸਾਬਤ ਹੋਈ ਆ, ਕਿਉਂਕਿ ਆਮ ਸ਼ਹਿਰੀ, ਆਮ ਲੋਕ ਦਾ ਜੇ ਅਸੀਂ ਉਹਦਾ ਪ੍ਰਬੰਧ ਹੀ ਨਹੀਂ ਕਰ ਸਕਦੇ ਤੇ ਇਹ ਫਿਰ ਕੀ ਆ, ਜੇ ਜ਼ਿੰਦਗੀ ਨਹੀਂ ਬਚਾ ਸਕਦੇ ਉਹਦੀ। ਇੱਕ ਸਧਾਰਨ, ਚਲੋ ਇਹ ਫਲੂ ਆ ਰਿਹਾ ਤੇ ਉਹਨੂੰ ਜੇ ਆਕਸੀਜਨ ਦੀ ਲੋੜ, ਅਸੀਂ ਆਕਸੀਜਨ ਪ੍ਰੋਵਾਈਡ ਹੀ ਨਹੀਂ ਕਰ ਸਕਦੇ ਤੇ ਫਿਰ ਦੱਸੋ ਵੀ ਉਹ ਮੌਤ ਦੇ ਮੂੰਹ ਗਾੜੀ ਜਾ ਰਿਹਾ ਵਾ। ਕੀ ਸਾਲ ਦੇ ਬੱਚੇ ਜਾ ਰਹੇ ਆ ਤੇ ਫਿਰ ਇਹ ਅੰਕੜੇ ਜਿੰਨੇ ਮਰਜ਼ੀ ਵਿਖਾਈ ਜਾਣ, ਲੋਕਾਂ ਦੇ ਸਾਹਮਣੇ ਸਾਫ਼ ਤੌਰ ਤੇ ਗੱਲ ਆ ਗਈ ਆ, ਤਾਂ ਹੀ ਮੋਦੀ ਰਿਜ਼ਾਈਨ ਦੇ ਨਾਰੇ ਲੱਗ ਰਹੇ ਆ। ਬਿਲਕੁਲ ਜੀ, ਕਹਿੰਦੇ ਵੀ ਇੱਕ ਵਾਰੀ ਹੋਈ ਸੀ ਮੋਦੀ ਦੀ ਲਹਿਰ ਆਈ ਸੀ, ਪਰ ਹੁਣ ਇਸ ਵੇਲੇ ਮੋਦੀ ਰਿਜ਼ਾਈਨ ਦੀ ਜਿਹੜੀ ਲਹਿਰ ਹੈ ਉਹ ਚੱਲੀ ਹੋਈ ਹੈ। ਟਵਿੱਟਰ ਵੱਲੋਂ ਦੀ ਇਸ ਹੈਸ਼ਟੈਗ ਨੂੰ PM ਰਿਜ਼ਾਈਨ ਦਾ ਜਿਹੜਾ ਹੈਸ਼ਟੈਗ ਚੱਲ ਰਿਹਾ ਸੀਗਾ ਉਹਨੂੰ ਬੈਨ ਵੀ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਫਿਰ ਬਾਅਦ ਦੇ ਵਿੱਚ ਦੁਬਾਰਾ ਕਹਿੰਦੇ ਲਾਗੂ ਕਰਤਾ, ਕੋਈ ਗਲਤੀ ਹੋ ਗਈ, ਟੈਕਨੀਕਲ ਗਲਤੀ ਹੋ ਗਈ ਸੀ, ਇਸ ਕਰਕੇ ਸਾਨੂੰ ਕਿਸੇ ਸਰਕਾਰ ਨੇ ਨਹੀਂ ਕਿਹਾ, ਉਹਨਾਂ ਨੇ ਸਫਾਈ ਵੀ ਦਿੱਤੀ ਹੈ। ਪਰ ਇੱਕ ਪਾਸੇ ਲਹਿਰ ਇਹ ਜ਼ਰੂਰ ਚੱਲੀ ਹੋਈ ਹੈ ਵੀ ਪ੍ਰਧਾਨ ਮੰਤਰੀ ਸਾਹਿਬ ਰਿਜ਼ਾਈਨ ਕਰਨ ਆਪਣੀ ਕੁਰਸੀ ਤੋਂ, ਇਸੇ ਕਰਕੇ ਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਈ ਹੈ। ਪਰ ਜਿਹੜੇ ਕਿਸਾਨ ਨੇ ਉਹ ਕਹਿੰਦੇ ਡਟੇ ਹੋਏ ਨੇ, ਉਹ ਇਹੀ ਚਾਹ ਰਹੇ ਨੇ ਵੀ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੋਣਗੇ ਉਦੋਂ ਤੱਕ ਅਸੀਂ ਵਾਪਸ ਨਹੀਂ ਜਾਵਾਂਗੇ, ਉਦੋਂ ਤੱਕ ਇਸੇ ਤਰੀਕੇ ਦੇ ਨਾਲ ਡਟੇ ਰਵਾਂਗੇ ਤੇ ਸਰਕਾਰ ਨੂੰ ਆਪਣੇ ਵੱਲ ਕੇਂਦਰਿਤ ਵੀ ਕਰਦੇ ਰਵਾਂਗੇ, ਉਹਨਾਂ ਨੂੰ ਦੱਸਦੇ ਰਵਾਂਗੇ ਵੀ ਅਸੀਂ ਇੱਥੇ ਬੈਠੇ ਹਾਂ ਤੇ ਸਾਡੇ ਵੱਲ ਵੀ ਤੁਸੀਂ ਧਿਆਨ ਦੇਣਾ ਹੈ। ਕੈਮਰਾਮੈਨ ਡਿੰਪੀ ਦੇ ਨਾਲ ਮੈਂ ਅਨੁਕੌੜ।